ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾਹ ਸਟੀਐ, ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤਿਸ ਲੜੀ ਦੇ ਤਹਿਤ ਅੱਜ ਆਪਾਂ 20 ਨੰਬਰ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਨੇ, ਉਹਨਾਂ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਇਹ ਸ਼ਲੋਕ 474 ਨੰਬਰ ਅੰਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਈਮਾਨ ਹੈ। ਸਤਿਗੁਰੂ ਜੀ ਨੇ ਜੋ ਪੌੜੀ ਵਿੱਚ ਵਿਚਾਰ, ਕਿਉਂਕਿ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਸ਼ਰਵਣ ਕਰ ਚੁੱਕੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਨੇ ਪੌੜੀ ਵਿੱਚ ਕਿੰਨੇ ਸੋਹਣੇ ਤਰੀਕੇ ਨਾਲ ਸਾਨੂੰ ਆਪਣਾ ਜੀਵਨ ਸਵਾਰਨ ਵਾਸਤੇ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਹਜ਼ੂਰ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਜਿਸ ਮਾਲਕ ਨੇ ਸਾਨੂੰ ਜਿੰਦ, ਇਹ ਸਰੀਰ, ਸਭ ਕੁਝ ਬਖਸ਼ਿਸ਼ ਕੀਤਾ, ਉਹ ਸਾਹਿਬ ਨੂੰ ਆਪਣੇ ਮਨੋਂ ਕਿਉਂ ਭੁਲਾਈਏ। ਭਾਵ ਉਸ ਨਾਲ ਹਮੇਸ਼ਾ ਜੁੜ ਕੇ ਰਹੀਏ, ਉਹ ਗੁਣ, ਉਹ ਸੱਚ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ। ਅਤੇ ਨਾਲ ਇੱਕ ਬਹੁਤ ਪਿਆਰਾ ਹਲੂਣਾ ਦਿੱਤਾ ਹੈ ਕਿ ਮਹਾਰਾਜ ਕਹਿੰਦੇ ਨੇ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣ ਹੱਥੀਂ ਦਾ ਅਰਥ ਹੈ ਕਿ ਆਪਣੀ ਜ਼ਿੰਦਗੀ ਨੂੰ ਆਪ ਸਵਾਰਨ ਦੀ ਕੋਸ਼ਿਸ਼ ਕਰੀਏ, ਆਪ ਯਤਨ ਕਰੀਏ, ਆਪਣੀ ਜ਼ਿੰਦਗੀ ਵਿੱਚ ਉਦਮ ਕਰੀਏ। ਵੇਖੋ, ਬਾਕੀ ਦੁਨਿਆਵੀ ਗੱਲਾਂ ਹੋ ਸਕਦੀਆਂ ਵੀ ਖਾਣਾ ਕੋਈ ਬਣਾਵੇ, ਖਾ ਕੋਈ ਹੋਰ ਲਵੇਗਾ, ਦਹੀਂ ਰਿੜ ਕੇ ਮੱਖਣ ਕੋਈ ਹੋਰ ਕੱਢੇ ਅਤੇ ਖਾ ਕੋਈ ਹੋਰ ਲਵੇਗਾ, ਘਰ ਕੋਈ ਹੋਰ ਬਣਾਏਗਾ, ਰਹੇਗਾ ਵਿੱਚ ਕੋਈ, ਕੱਪੜੇ ਕੋਈ ਸਿਲਾਈ ਕਰੇਗਾ, ਪਾ ਕੋਈ ਦੂਜਾ ਸਕਦਾ ਹੈ, ਗੱਡੀ ਕੋਈ ਦੂਜਾ ਬਣਾਉਂਦਾ ਹੈ, ਸਫ਼ਰ ਉਹਦੇ ਵਿੱਚ ਕੋਈ ਦੂਜਾ ਕਰ ਸਕਦਾ ਹੈ, ਰੋਡ ਤਿਆਰ ਕੋਈ ਦੂਜਾ ਕਰਦਾ ਹੈ, ਉਹਦੇ 'ਤੇ ਸਫ਼ਰ ਕੋਈ ਦੂਜਾ ਕਰ ਸਕਦਾ ਹੈ। ਪਰ ਇੱਥੇ ਬਿਲਕੁਲ ਉਲਟ ਹੈ। ਇੱਥੇ ਜੋ ਤੂੰ ਆਪਣੀ ਜ਼ਿੰਦਗੀ 'ਚ ਖੁਦ ਆਪ ਕਰੇਂਗਾ, ਉਹਦਾ ਆਪ ਹੀ ਆਨੰਦ ਲੈ ਸਕੇਂਗਾ। ਇਹ ਹੁਣ ਜ਼ਿੰਮੇਵਾਰੀ ਤੇਰੀ ਹੈ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਚੰਗਾ ਕੰਮ ਕਰਨਾ ਹੈ ਕਿ ਮਾੜਾ ਕਰਨਾ ਹੈ, ਸੁੱਖ ਬੀਜਣੇ ਨੇ ਕਿ ਦੁੱਖ ਬੀਜਣੇ ਨੇ, ਤੂੰ ਔਗਣ ਬੀਜਣੇ ਨੇ ਕਿ ਗੁਣ ਬੀਜਣੇ ਨੇ, ਇਹ ਹੁਣ ਤੇਰੇ 'ਤੇ ਨਿਰਭਰ ਕਰਦਾ ਹੈ। ਤਾਂ ਮਹਾਰਾਜ ਨੇ ਇੱਥੇ ਜਿਹੜੀ ਗੱਲ ਕੀ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਭਾਵ ਆਪਣੀ ਜ਼ਿੰਦਗੀ ਨੂੰ ਆਪ ਸਵਾਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਹੈ। ਪਾਤਸ਼ਾਹ ਜੀ ਨੇ ਜਿਹੜੇ ਇਸ ਪੌੜੀ ਦੇ ਨਾਲ 2 ਸ਼ਲੋਕ ਆਏ ਨੇ, ਉਹਨਾਂ ਵਿੱਚੋਂ ਅੱਜ ਆਪਾਂ ਪਹਿਲੇ ਸ਼ਲੋਕ ਦਾ ਪਾਠ ਬਹੁਤ ਪਿਆਰ ਨਾਲ ਸ਼ਰਵਣ ਕੀਤਾ ਹੈ। ਹਜ਼ੂਰ ਫਰਮਾਉਂਦੇ ਨੇ, ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਆਮ ਕਰਕੇ ਫਿੱਕਾ ਅਤੇ ਮਿੱਠਾ, ਇਹ 2 ਸ਼ਬਦ ਜਦੋਂ ਅਸੀਂ ਆਮ ਬੋਲਦੇ ਹਾਂ, ਵੀ ਜੇ ਕੋਈ ਮਨੁੱਖ ਕੁਰਖਤ ਬੋਲਦਾ ਹੋਵੇ ਅਤੇ ਆਪਾਂ ਕਹਿੰਦੇ ਬੜਾ ਫਿੱਕਾ ਬੋਲਦਾ ਹੈ, ਬੜਾ ਭੈੜਾ ਬੋਲਦਾ ਹੈ। ਅਤੇ ਜੇ ਕੋਈ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇ, ਆਪਾਂ ਕਹਿੰਦੇ ਬੜੀ ਮਿਠਾਸ ਹੈ ਇਹਦੀ ਜ਼ੁਬਾਨ ਵਿੱਚ। ਇਹ ਜਿਹੜਾ ਫਿੱਕਾ ਅਤੇ ਮਿੱਠਾ ਹੈ ਨਾ, ਇਹਦੀ ਡੈਫੀਨੇਸ਼ਨ ਸੰਸਾਰ ਦੇ ਵਿੱਚ ਆਪਣੀ ਹੈ, ਪਰ ਗੁਰਮਤਿ ਵਿੱਚ ਬਿਲਕੁਲ ਇਸ ਤੋਂ ਉਲਟ ਹੈ। ਗੁਰਮਤਿ ਵਿੱਚ ਇੰਝ ਵੀ ਪੇਸ਼ ਕੀਤਾ ਵੀ ਜ਼ਰੂਰੀ ਨਹੀਂ ਜਿਹੜਾ ਜ਼ੁਬਾਨ ਤੋਂ ਮਿੱਠਾ ਬੋਲਦਾ ਹੈ ਉਹ ਅੰਦਰੋਂ ਵੀ ਠੀਕ ਹੋਵੇ। ਕਿਉਂਕਿ ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਵਿੱਚ ਬਹੁਤ ਸੋਹਣੇ ਹਵਾਲੇ ਦੇ ਕੇ ਸਮਝਾਇਆ। ਜਦੋਂ ਅਸੀਂ ਭਗਤ ਫਰੀਦ ਜੀ ਦੇ ਸ਼ਲੋਕਾਂ ਦਾ ਪਾਠ ਕਰਦੇ ਹਾਂ ਤਾਂ ਭਗਤ ਫਰੀਦ ਜੀ ਬਹੁਤ ਪਿਆਰੇ ਤਰੀਕੇ ਨਾਲ ਸਮਝਾਉਂਦੇ ਨੇ, ਫਰੀਦਾ ਕੰਨ ਮੁਸੱਲਾ। ਮੁਸੱਲੇ ਦਾ ਅਰਥ ਹੈ ਉਹ ਕੱਪੜਾ ਜਿਹੜਾ ਮੁਸਲਮਾਨ ਭਰਾ ਜਦੋਂ ਨਮਾਜ਼ ਅਦਾ ਕਰਦੇ ਨੇ ਤਾਂ ਆਪਣੇ ਮੋਢੇ 'ਤੇ ਉਹ ਕੱਪੜਾ ਰੱਖਦੇ ਨੇ। ਕੰਨ ਮੁਸੱਲਾ ਸੂਫ ਗਲ, ਸੂਫ ਦਾ ਅਰਥ ਹੈ ਉਹ ਕਾਲੇ ਰੰਗ ਦੀ ਜਿਹੜੀ ਖਫਣੀ, ਜਿਹੜੀ ਉਹ ਵਰਦੀ ਪਾਉਂਦੇ ਨੇ, ਸੂਫ ਗਲ। ਦਿਲ ਕਾਤੀ, ਹੁਣ ਕਾਤੀ ਦਾ ਅਰਥ ਹੈ ਕੈਂਚੀ, ਵੀ ਅੰਦਰ ਤੇ ਕੈਂਚੀ ਹੈ, ਕੈਂਚੀ ਕੱਟਦੀ ਹੈ। ਅਤੇ ਮਹਾਰਾਜ ਜਿਹੜੀ ਗੱਲ ਭਗਤ ਫਰੀਦ ਜੀ ਨੇ ਕਿ ਦਿਲ ਕਾਤੀ ਗੁੜਵਾਤ,
गुड़वाद का अर्थ है जुबान गुड़ वर्गी मिठी है, जिहड़ी बोली है वह गुड़ वर्गी मिठी पर अंदर कैंची है। हुण ऐसा बंदा बड़ा खतरनाक होंदा है जिहड़ा बाहरों बड़ा मिठा होवे ते अंदर उहदे कैंची चलदी होवे। बाहर दिसे चानना दिल अंधियारी रात, बाहरों तो चानन दिस रहा है सिमल रुख की तरह, बाहरों तो उच्चा लम्मा बहुत वधिया है, पर दिल अंधियारी रात, अंदर उहदे कुछ नहीं है जिहड़ा किसी दे काम आ सके। बाहरों वेखण नूं वधिया लगदा है, जुबान बड़ी मिठी है। तो ये जिहड़ी गल है केवल जुबान तो मिठियां गल्लां करन वाली असीं नहीं कह सकदे बंदा बहुत मिठा है, उहदे कम्मां चों वेखिया जाना, उहदी बोली विच उहदी बोली दे पिछे जिहड़ा मंतव है वह वेखिया जाना है। कई बार आपां वेखदे भी बंदा बोल, हुण कई बार टीचर बोलदा तो सख्त है, टीचर हुण तुसीं वेखो स्कूलों कॉलेजां विच जिहड़ा टीचर करख्त बोलदा होवे जां विद्यार्थी नूं इदां पूरा रोब दे नाल पढ़ाउण दी गल करदा होवे, कई बार टीचर पुराने समय ते हत्थ भी चक दिंदे सी, भावें अजोका समा ऐसा नहीं है। तो स्टूडेंट जिहड़े नहीं सी पढ़ना चाहुंदे वो कदी नहीं सी चाहुंदे कि वो टीचर स्कूल रोज़ आवे, वो कहिंदे सी कदी कदी विचों छुट्टी करे, उदों वो सुख दा साह लैंदे सी। ते जे हुण स्टूडेंट नूं पुछिया जाए जिहड़ा टीचर कुछ नहीं कहिंदा, जे वो होमवर्क करके आया तां ठीक है, नहीं करके आया तां ठीक है, वो कहिंदे टीचर वधिया है। पर सच्चाई है भी वो वधिया नहीं है, वधिया वो है जिहड़ा टोकदा है, जिहड़ा टोकेगा उन्होंने पता भी भाई अज टोकिया तो बुरा लगता है। हुण परिवारां च भी वेख लो, मान लो धी नूं काम नहीं आउंदा, पुत्तर नूं काम नहीं आउंदा, ते जे माँ उहदे औगणां ते भी पर्दा पाई जाती है, उन्होंने कोई काम नहीं आउंदा, उहदे कोझ पुणे दे उन्हूं ढक्कण की कोशिश करती है। लगना तो है बच्चे नूं भी मेरी माँ बड़ी चंगी है, पर माँ ने धी दे नाल सहुरे थोड़ा जाना है, सहुरे तो कल्ली नूं जाना पैना है। जे अज वो माँ की हुण एक माँ झिड़क मारदी है, एक बाप झिड़का मारदा है, पर उहदी झिड़क पिछे हुण जिहड़ी झिड़क भी कदी किसी नूं मिठी लगदी है, उत्थे लिखिआ जे गुर झिड़के तां मीठा लागे। हुण झिड़क मिठी किदां लगेगी, झिड़क तो झिड़क ही हुंदी है, पर उहदा अर्थ यह है भी जिहड़ा बंदा सिखना चाहुंदा है ना, जिन्हों झिड़क भी टीचर की मिठी लगी तो याद रखियो बख्शे तां गुर वडियाई, उहदी झिड़क विचों उहनूं कुछ ना कुछ प्राप्त भी होएगा। हुण घुमियार जदों भांडे नूं बनाउंदा है वो धफ्फे भी मारदा है, घुमियार जदों भांडे नूं तैयार करदा है जोर जोर नाल कई वारी चपेड़ा भी मारदा है, वो हत्थ दे नाल उहनूं तैयार करदा है। हुण जे बर्तन गुस्सा कर जाए भी ये घुमियार मेरा दुश्मन है, नहीं भाई वो तैनूं तैयार इस करके कर रहा है तेरी मार्केट में वधिया कीमत पे। जो धोबी कपड़े नूं धोंदा किदां पटका पटका के, हुण तां अजकल वॉशिंग मशीन आ गई, जिहड़े बड़े बड़े धोबी घाट ने उत्थे वेखो किदां पत्थर की सिल दे उत्ते लिया के दूरों बाहां दे जोर नाल लिया के कपड़े नूं जोर जोर नाल पटका के मारदे ने। हुण कोई बंदा कहे वेखो जी ये तो धोबी कपड़े का दुश्मन है, पर कपड़ा कहता नहीं मेरा दुश्मन नहीं है, वास्तव ये मेरे तंदां चों मैल कढ रहा है। जे मेरे चों मैल निकलेगी दोबारा मैं किसी के गल पाउण जोगा होएगा, दोबारा वो किसी बैड ते विछण दे काम आएगी चादर जे उहदे तंदां विचों मैल निकलेगी। तो कई बारी लगता है सानू भी ये जिहड़ा झिड़क मारदा है इहदी, हुण वेखो कई बारी मिठी भाषा दे पिछे मंतव की है, सवाल ये पैदा होंदा भी कोई मिठा बोलदा है जिवें अपराधी दूना निवें, हुण अपराधी दूना निवदा है पर उहदे निवण पिछे मंतव वेखो ना तुसीं, ज्यों हंता मरगाहे। हुण कोई शिकारी जदों हिरन नूं मार लगदा है तो वह किदां लम्मे पै जाता है, हुण उहदे झुकण दे पिछे मंतव वेखो ना, सत्कार थोड़ा कर रहा हिरन दा, वो तो निशाने की ताक दे विच है। तो जिहड़ी इत्थे शब्द वरते ना फिक्का मूर्ख आखी है, जिहड़ा फिक्का भाव माड़े, जिहदे बोल भी माड़े ने ते अंदर भावना भी गलत है। दो ही गल्लां हुंदियां ने, कई वारी तुहाडी भावना भी गलत हुंदी है ते बोल भी माड़े हुंदे ने, दोवें चीज़ां खतरनाक हुंदियां ने। पाणा लहे सजाए, पाणा दा अर्थ है जुत्तियां, भाव हर थां ते बेइज्जत हुंदा है। जो भावना भी गलत है, शब्द भी गलत बोले गए ने, तो समाज में फिक्के की असी भाषा यह मानते भी जिहड़ा बंदा वेखो जी वो संसार ते माड़ा बोलता है, किसी को कुरख्त बोलता, आप कहने फिक्का है, पर जरूरी नहीं कुरख्त बोलने वाला सारा बंदा ही गलत होवे। हुण कई बारी माँ गलत, कई बारी माँ कुरख्त बोलती है, पर माँ दे उस कुरख्त पिछे भावना गलत नहीं है ना माँ की। हुण कई बारी घरां 'च वेखो तुसीं पिता बहुत सख्त हुंदा है, माँ सॉफ्ट हुंदी है, कईयां घरां 'च माँ पूरी सख्त होंगी है, पिता सॉफ्ट होंदा है। तो कई बार बच्चे लगता जिहड़ा उन्होंने सॉफ्ट कॉर्नर लगता उधर नूं भजदा, वो कहता माँ बिल्कुल सॉफ्ट, वो कुछ नहीं कहती, पिता थोड़ा जिहा साडा गुस्सेखोर है, वो फिर पिता तो किनारी करता है। पर बच्चे नूं ये नहीं पता जिहड़ा तैनूं झिड़कदा है ना, उहदी झिड़क विच मिठास है, उहदी झिड़कण दे पिछे मंतव की है, उहदा मंतव की है, वो तैनूं सुधारना चाहुंदा है। तो प्यार भी करो झिड़क भी मारो, दोवें चीज़ां ने,
पर ये चीज़ें जिहड़ी फिक्का बोलना तो मिठा बोलना, केवल तुसी जुबान तो मिठे बोलने वाले बारे ये नहीं कह सकते वेखो जी ये बंदा बड़ा वधिया है, जुबान तो बहुत मिठा बोलने वाले ने पर वो सिर्फ अपना स्वार्थ कढ़ने वास्ते। हुण परिवारां 'च तुसी वेखो, परिवारां 'च दो किस्म के जीव हुंदे ने। एक जीव हुंदा जुबान का बड़ा मिठा है पर अंदरों कदी परिवार की वफादारी नहीं करता, कदी वो परिवार के हित में नहीं हुंदा, वो पहचानना औखा है। हुण एक वो है जिहड़ा बोलदा तो करखत है पर वो परिवार के विरोध में नहीं हुंदा, वो परिवार के नुकसान में कदी भी नहीं जाता। हुण जे मान लो एक बाप के दो बच्चे ने, दो बेटे ने, दो बेटे विआहे गए, एक नूंह इदां दी है भी वो जुबान की बड़ी मिठी है भी उन्हें मम्मी जी डैडी जी पापा जी करना पर अंदरों नहीं उन्हें परिवार का बनना। एक वो है वो ठीक है कई बार सस नूं भी टोक दिंदी है, सहुरे नूं भी टोक दिंदी है, वो कह दिंदी है पति नूं भी इत्थे तुसीं गलत जे, पर वो अंदरों बड़ी ईमानदार है। ये थोड़ा भी वो घर दीयां गल्लां जाके गुआंढां नूं दसेगी, ये थोड़ा भी वो परिवार की कोई वीकनेस पासे जाके करेगी। हुण प्रिथी चंद शब्द वरतिया सी उत्थे मीणा, भाव कि जिहड़ा अंदरों अपना भेत ना देवे। तो ये शब्द वरते सी कन मसला फरीदा, कन मसला सूफ गल, दिल काती गुड़वात, बाहर दिसे चानना दिल अंधियारी दा। ते एक किड्डी कमाल की गल हो जे भाषा भी प्यार वाली होवे ते भावना भी कमाल दी होवे, इहनूं कहंदे सोने ते सुहागा। हुण इहदा अर्थ भी नहीं भी जिहड़ा प्यार नाल बोलदा मिठा बोलदा आपां उहनूं हर एक ते शक करांगे, नहीं। मान लो बंदा बोलदा भी वधिया होवे ते भावना भी वल सही होवे, इहनूं कहंदे सोने ते सुहागा। एक सोना सी तो उत्ते सुहागे वाली गल हो गई, भाई ये तो कमाल ही होगी। तो पर हर मिठा बोलने वाले पिछे तुसीं ये नहीं कह सकते बंदा वधिया, तो हर करख्त बोलने वाले पिछे तुसीं ये भी नहीं कह सकते कि बंदा भाई गलत है, नहीं हो सकता। वो करख्त बोलता है, कई अफसरां विच तुसीं वेखो जाके अफसर बड़े करख्त बोलते पर कहते रिश्वत नहीं लेंदा भाई, जान कढ़ दिंदा। तो कई बार बंदा हुंदा भी गलत है तो करख्त भी बोलता है, फिर तो तुसीं आप हिसाब ला के वेख लो। जिवें कोई बंदा बस में ना कहते गोलियां कौड़ियां वेच रहा सी ते वेचण दा तरीका भी बड़ा खतरनाक सी। वो कहता भरावा एक तो गोलियां कौड़ियां वेच रहा तो एक तेरा तरीका बड़ा गलत है, भी जे तू चीज़ उहो जी वेच रहा तरीका ही सही कर ला, थोड़ा व्यवहार ही अपना सही कर ला। तो ये दोवें चीज़ां अपने तुसीं समाज विच वेख लो, तुहानूं परिवारां विच भी ऐसे जीव मिल जाने ने जिन्हां दी जुबान बहुत मिठी। हुण गल ये है भी वो जिहड़ी बोली मिठी बोली जा रही है ना, उहदे पिछे बोलण पिछे बंदे दा मंतव की है, गल आ वेखनी है। जे उहदा मंतव सही है मैं कहना फिर बोली प्रवान है, जे मंतव गलत है फिर वो बोली का अर्थ है भी ये बंदा स्वार्थ वास्ते शब्द बोल रहा है, अंदरों नहीं बोल रहा। जिवें झुकण पिछे मंतव की है उहदा, झुकण पिछे भी हिरनों मारना है, अपराधी दूना निभदा है, बस आ चेता रखना है। तो जिहड़ी इत्थे गल कही है ना फिक्का मूर्ख आखी है, मूर्ख शब्द तां आखिया भी एक तो बंदे दे अंदर गुण कोई नहीं हैगा, बेरसी जिंदगी जिन्हों आपां कहने फिक्का बंदा, बेरसी जिंदगी जिहदे च गुण कोई नहीं हैगा। फिक्का आपां इदां कह लांगे जिस बंदे दी जिंदगी च कोई गुण है नहीं, जिन्हें अपना हत्थीं अपना आपे ही कारज सवारीए वाला शब्द नहीं सीखिया, जिन्हें अपनी जिंदगी दे विच ये गुण धार नहीं कीते, फिक्का मूर्ख आखी है। फिर इत्थे किड्डा प्यारा शब्द वरतिया पाणा लहे सजाए। पाणा का अर्थ है जुत्तियां, भाव इत्थे जुत्तियां का अर्थ भी हर थां ते वो बेइज्जत हुंदा है, बेइज्जत हुंदा है। हुण कई वारी तुसीं वेखो दो धीआं ने, तुसीं विआह दित्तियां, जवाई मिले तुहानूं, एक जवाई जुबान का बड़ा मिठा है, ध्यान ना सुणिओ, पर हर वार वो ताक च रहिंदा है भी जदों भी पत्नी पेके जावे कुछ ना कुछ उत्थों लैके आवे। तो एक जवाई है सख्त, थोड़ा जा है सख्त है, पर उन्हें हर वार धी नूं इक्को गल कही है भी तेनूं कपड़े चाहिए इत्थे बना के देवांगा, पेकियां तो उहदा भी पिछे परिवार है, तेरा तुहाडा भरा है पिछे, उहदा भी पिछे परिवार है, बिल्कुल बोझ नहीं पाउणा। हुण वो सख्त है, इधर भाषा मिठी है, पर यह चाहुंदा जदों पत्नी पेके जावे, यानी कि बिजनस भी कई जवाई एडे ढीठ हुंदे, गुस्सा ना मनाओ सच है, जिन्हां ने बिजनस अपने घर खोलना हुंदा ते बोझ अपने सहुरिਆਂ ते पाउंदे आ, ते जबान दे बड़े मिठे डैडी जी मम्मी जी, तो उन्होंने भी पता होंदा रिश्तेदारों भी जिहड़ा मम्मी जी डैडी जी पापा जी करता फिरदा ना, तो ये पिछे मंतव की है, मंतव की है कुछ लेना है। दूजा कहते हैगा बंदा थोड़ा जिहा शब्द कौड़े बोल दिंदा, पर सच है भी उन्हें अज तक कभी साढ़े ते बोझ नहीं पाया। अगला लोन ले लेगा, उत्थों ब्याजी पैसे चक लेगा, पर वो साढ़े पे कभी बोझ नहीं पाउंदा। तो ये शब्द दोवें चेता रखियो, इहदा अर्थ भी नहीं मैं कह रहा भी हर करख्त बोलने वाले पिछे बंदा सही छुपिया होएगा, तो हर मिठे भाषा बोलने वाले पिछे बंदा
सही छुपिया होएगा। तो हो सकता भी जिहड़ा बंदा सही बोलदा है तो उसदी भावना भी सही होवे, फिर तो सोने ते सुहागा है, फिर तो सोने ते सुहागा है, फिर तो गल कमाल दी बन जाएगी। तो आ चेता रखना भी कई बारी असीं अपने समाज विच ये बड़ी छेती शब्द बोल दिंदे हैं। वेखो जी एक चीज़ होर नोट करियो, आम असीं समाज विच कहने आ सच बड़ा कड़वा हुंदा है, तो सच की है? परमेश्वर का नाम। आपां कौड़ा कहने ना, पर बाणी नूं पुछ के वेखो दुनिया के लोग सच कौड़ा कहते हैं, पर बाणी नहीं कहती। बाणी का तो बहुत प्यारा वाक है, दुनिया के लोगों के सच कड़वा हुंदा है, ये दुनिया के लोगों की डेफिनेशन है सच प्रति। पर सतगुर की बाणी नूं पुछ के वेखो सच प्रति पातशाह की बाणी की फरमाउंदी है। तो गुरुदेव जी समझाउंदे ने गुसाई महिंडा इठड़ा, जिहड़ा मेरा गुसाई है ना वो बहुत ही प्यारा है। इठड़ा का अर्थ है बहुत प्यारा, बहुत प्यारा। किन्ना कुछ प्यारा? कहते अम, एड़े उत्ते टिप्पी है मम्मा, अम। अम का अर्थ की अम्मा, अम्मा मीनिंग माँ। अम अब्बे थावों कहन लगे मिठड़ा, माँ नालों ते अब्बा नालों भी मिठा है। कौन? गुसाई महिंडा इठड़ा, जिहड़ा मेरा गुसाई है, जिहड़ा मेरा मालक है। हुण गुसाई सच है ना, सच सबना का खसम है। हुण वेखो आ कसवट्टी है, गुसाई महिंडा इठड़ा अम अब्बे थावों मिठड़ा, माँ बाप नालों भी मिठा है। कौन? मेरा मालक, मेरा खसम। सच भैन भाई सब सज्जणा, भैन भाई सब सज्जणा, तुद नेह तुद जिहा नाही कोई जियो। भैन होवे, भाई होवे, सज्जन होवे, भैन भाई सज्जणा। तुद कह लगे तुद जिहा ना ही कोई जियो, तुहाडा मुकाबला कोई भी नहीं कर सकता। हुण आपां कहने भैन बड़ी चंगी है, भरा बड़ा चंगा है, मैं नहीं कहता चंगे नहीं हैगे ने। कईयां दे भैन भरा जान दिंदे, भरा दे उत्ते कोई आँच आवे, भैन ते कोई आँच आवे, भरा नाल खलोंदे ने, भरा नूं कोई तकलीफ आवे भरा जान वारन तक जांदे ने, हैगे ने दुनिया ते। सच्चाई दुनिया तो मुक्की नहीं। उन्हां नूं इंज लगदा इहदे ते घटना नहीं वापरी, मेरे ते वापरी है, इनू चोट नहीं लगी मैनू लगी है, ये घर मुसीबत नहीं पई मेरे घर मुसीबत पई है। हैगे ने भरा पर उंगलों ते गिणन वाले। नहीं तो बहुतियां घरां च ऐसा है एक भरा ते मुसीबत होवे दूजा भरा उत्थों किनारी कर जांदा है, उहदे नालों नाता तोड़ दिंदा है भी हुण बिपता पै गई इत्ते, हुण मैं करां इहदे नालों। जीवन साथी साथ छड्ड जांदे आ, पत्नी ते आँच आवे, पति ते आँच आवे, उहदा जीवन साथी जिहने लावां लईआं हुंदियां ने वो भी कई वारी साथ छड्ड जांदे ने। छड्डदे वेखे समाज विच आपां बहुत थावां ते ऐसा वापरे, बड़ियां थावां ते ऐसा वापरिया जिथे ऐसा होया। पर पातशाह कहंदे इक्को चीज़ है जिहड़ी मिठी है, जिहड़ी मुसीबत वेले भी साथ नहीं छड्डदी, वो की है? गुसाई महिंडा इठड़ा अम अब्बे थावों मिठड़ा, भैन भाई सब सज्जणा, सब सज्जणा, तुद जिहा ना ही कोई जियो। तुहाडे वर्गी मिठास इन्हां रिश्तियां च भी है नहीं। तो हुण जे किते रिश्तियां च वो मिठास आ जाए तो रिश्ते कमाल दे ना हो जाण। अज है मिठास समाज विच, रिश्तियां विच, भैन विच, भाई विच, सज्जन विच। हुण मैं नहीं कहता भी समाज विच है नहीं, हैगे ने, पर उंगलां ते गिणन वाले जिथे भैन भरा सज्जन विचों दी सूई लंघदी होवे। बड़े देखे ने दोस्त दोस्त उत्तां जान वारदे ने, भैन भरावां दे उत्ते जान वारदे ने, माँ बाप ऐसे परिवार भी वेखे ने जिथे एक ते मुसीबत पवे सारे नाल आण खलोंदे ने। ते कई ऐसे थां वेखे आ जिथे पत्नी लावां लैण वाले भी पति दा साथ छड्ड जांदी है, जां पत्नी ते मुसीबत आवे ते पति साथ छड्ड जांदा है, बच्चे साथ छड्ड जांदे ने। पर वो परिवार भागां वाले हुंदे ने जिथे किते परिवार दे एक जी ते मुसीबत आवे सारे परिवार दे जी दोस्त मित्र नाल खड़े हो जाण ते साध संगत जी बंदे नूं फिर अपना दुख नहीं लगदा, उहदा दुख घट जांदा है, उहदा दुख घटदा। वो कहंदा नहीं भाई मैनूं इस दुख नालों ये वेखिया भी किन्नियां लोकां च मेरा प्यार है, किन्ने लोग मेरे इस दुख दे विच मेरे नाल खलोते हुए ने। हुण दुख दी सब तो वड्डी समस्या आउंदी, उधरों दुख आ गया उधरों साथ छड्ड गए। कहंदा दुख नालों वड्डी आ चीज़ सी भी जिन्हां ते मैं माण कीता सी वो मेरे नाल ही नहीं तुरे, नाल ही नहीं खलोते। तो साध संगत जी इत्थे गल बड़ी कमाल दी कही। आ दोवें चीज़ां चेता रखियो, बंदा बोलदा मिठा होवे ते उहदी भावना भी पिछे कमाल दी होवे फिर तो सोने ते सुहागा है। तो जे बंदा बोलदा मिठा होवे ते भावना पिछे गलत है, उहदे पिछे मकसद गलत है, अपना मकसद हल करना चाहुंदा है। हुण तुसीं वेखो पुराना समा वेखो, सौखी उदाहरण देण लगा, तुसीं परिवारां वाले अपने घरां 'च बैठे सुण रहे जी। पुराने समय 'च अज तो कुछ समा पहलां आम ही घर 'च
ਬੀਬੀ ਭਾਪਾ ਸ਼ਬਦ ਆਮ ਬੋਲੇ ਜਾਂਦੇ ਸੀ ਆਪਣੇ ਘਰਾਂ 'ਚ। ਬੀਬੀ ਭਾਪਾ ਆਮ, ਹੌਲੀ ਹੌਲੀ ਸ਼ਬਦ ਸਤਿਕਾਰਯੋਗ ਆ ਗਏ, ਬੀਬੀ ਜੀ, ਭਾਪਾ ਜੀ। ਅੱਛਾ, ਇੱਕ ਹੋਰ ਨੋਟ ਕਰਿਓ, ਪਹਿਲਾਂ ਆਮ ਤੂੰ ਸ਼ਬਦ ਵੀ ਬੋਲਿਆ ਜਾਂਦਾ ਸੀ। ਇੱਦਾਂ ਕਿਸੇ ਨੂੰ ਬੁਲਾਉਣਾ ਤੂੰ ਕਹਿ ਕੇ ਵੀ, ਬੱਚੇ ਵੀ ਵੱਡਿਆਂ ਨੂੰ ਤੂੰ ਕਹਿ ਦਿੰਦੇ ਸੀ, ਪਰ ਉਸ ਤੂੰ ਵਿੱਚ ਵੀ ਆਪਣਾਤ ਸੀ। ਤੁਸੀਂ ਮਲੇਸ਼ੀਆ ਚਲੇ ਜਾਓ, ਮੈਂ ਮਲੇਸ਼ੀਆ ਜਿੰਨੀ ਵਾਰ ਵੀ ਗਿਆ ਮੈਂ ਉੱਥੇ ਵੇਖਿਆ, ਉੱਥੇ ਇੱਕ ਬੱਚਾ ਵੀ ਜਦੋਂ ਆਪਣੇ ਵੱਡੇ ਨਾਲ ਗੱਲ ਕਰਦਾ, ਤੂੰ ਆ ਗਿਆ, ਤੂੰ ਰੋਟੀ ਖਾ ਲਈ ਹੈ, ਪਤਨੀ ਪਤੀ ਨੂੰ ਇੱਦਾਂ। ਤਾਂ ਕਈ ਵਾਰੀ ਜਿਹੜਾ ਦੂਜਾ ਬੰਦਾ ਜਾਂਦਾ ਉਹਨੂੰ ਆਊਟ ਲੱਗਦਾ ਹੈ, ਪਰ ਸੱਚ ਹੈ ਕਈ ਵਾਰੀ ਉਹਨਾਂ ਸ਼ਬਦਾਂ ਵਿੱਚ ਵੀ ਆਪਣਾਤ ਹੁੰਦੀ। ਹੁਣ ਪੁਰਾਣੇ ਸਮੇਂ ਦੇ ਵਿੱਚ ਆਪਾਂ ਆਮ ਵੇਖਦੇ ਹੁੰਦੇ ਸੀ, ਉਹ ਜਦੋਂ ਬੰਦਾ ਮਲੇਸ਼ੀਆ ਪਹਿਲੀ ਵਾਰੀ ਜਾਂਦਾ, ਸੱਚ ਹੈ ਮੇਰੇ ਨਾਲ ਵਾਪਰਿਆ ਹੈ, ਉਹ ਮੈਂ ਵੇਖਿਆ, ਮੈਂ ਕਿਹਾ ਸਤਿਕਾਰ ਨਹੀਂ ਕਰਦੇ, ਪਰ ਨਹੀਂ, ਅਸਲ ਵਿੱਚ ਉਹਨਾਂ ਲਫ਼ਜ਼ਾਂ ਦੇ ਪਿੱਛੇ ਭਾਵਨਾ। ਹੁਣ ਜਿਵੇਂ ਰੱਬ ਨੂੰ ਆਖਿਆ ਤੂੰ ਤੂੰ ਕਰਤਾ ਤੂੰ ਹੁਆ, ਜਗ ਮੇ ਕਿੰਨੇ ਪਿਆਰੇ ਸ਼ਬਦ, ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना हूँ, जब आपा पर का मिट गया, जत देखो तत तू। ਜ਼ਰੂਰੀ ਨਹੀਂ ਹਰ ਬੰਦੇ ਦੇ ਤੂੰ ਪਿੱਛੇ ਕਹਿਣ ਪਿੱਛੇ ਅਪਮਾਨ ਹੋਏਗਾ। ਹੁਣ ਮੰਨ ਲਓ ਉਦਾਹਰਨ ਦੇਣ ਲੱਗਾ, ਇੱਕ ਪੁਰਾਣਾ ਸਮਾਂ ਸੀ ਜਿੱਥੇ ਤੂੰ ਸ਼ਬਦ ਵੀ ਬੋਲਿਆ ਜਾਂਦਾ ਸੀ, ਵੱਡਿਆਂ ਨੂੰ ਵੀ ਬੋਲ ਦਿੰਦੇ ਸੀ, ਪਰ ਇੱਕ ਇੱਕ ਮਕਾਨ ਦੀ ਛੱਤ ਥੱਲੇ 8-8 10-10 15-15 ਜੀਵ ਰਹਿ ਲੈਂਦੇ ਸੀ, ਨੂੰਹਾਂ ਤਾਏ ਚਾਚੇ ਇਕੱਠੇ ਰਹਿੰਦੇ ਸੀ। ਅੱਜ ਹੁਣ ਕੀ ਆ ਗਿਆ, ਬੀਬੀ ਜੀ, ਪਰ ਬੀਬੀ ਜੀ ਦੀ ਗੱਲ ਸੁਣਨ ਨੂੰ ਤਿਆਰ ਕੋਈ ਨਹੀਂ, ਮੰਮੀ ਜੀ, ਪਾਪਾ ਜੀ, ਤੇ ਪਾਪਾ ਜੀ ਤੇ ਮੰਮੀ ਜੀ ਦੇ ਨਾਲ ਰਹਿਣ ਨੂੰ ਕੋਈ ਤਿਆਰ ਨਹੀਂ। ਕਈ ਇੱਦਾਂ ਵੀ ਹੋਣਗੇ, ਕਈ ਇੱਦਾਂ ਦੇ ਸ਼ਬਦ ਵੀ ਬੋਲਦੀਆਂ ਨੇ ਬੀਬੀਆਂ, ਸਰਦਾਰ ਜੀ, ਪਰ ਸਰਦਾਰ ਜੀ ਦੇ ਆਖੇ ਲਾ ਕੇ ਚਾਹ ਦਾ ਕੱਪ ਨਹੀਂ ਬਣਾਉਣਾ। ਉੱਦਾਂ ਜਦੋਂ ਆਇਆ ਗਿਆ ਉਦੋਂ ਕਹਿਣਾ ਸਰਦਾਰ ਜੀ, ਜਦੋਂ ਕੋਈ ਆਇਆ ਗਿਆ ਮਾੜਾ ਜਿਹਾ ਘਰੋਂ ਬਾਹਰ ਨਿਕਲੇ ਫਿਰ ਉਸੇ ਭਾਸ਼ਾ 'ਚ ਆਉਣਾ ਜਿਹੜੀ ਭਾਸ਼ਾ ਪਹਿਲਾਂ ਬੋਲੀ ਜਾਂਦੀ ਸੀ। ਮਾफ़ ਕਰਨਾ, ਮੈਂ ਸਾਰਿਆਂ 'ਤੇ ਨਹੀਂ ਇਹ ਗੱਲਾਂ ਢੁਕਦੀਆਂ, ਪਰ ਵਾਸਤਵ 'ਚ ਐਸਾ ਹੁੰਦਾ ਹੈ, ਸਾਡੇ ਸਮਾਜ 'ਚ ਐਸਾ ਵਾਪਰਦਾ ਹੈ। ਜੇ ਕਿਤੇ ਐਸਾ ਵੇਖ ਲਈਏ ਵੀ ਜੋ ਬੰਦਾ ਬੋਲਦਾ ਹੈ ਉਹਦੇ ਪਿੱਛੇ ਭਾਵਨਾ ਵੀ ਸਹੀ ਹੋਵੇ ਤਾਂ ਕਿਆ ਬਾਤ ਹੈ। ਮੈਂ ਹੁਣ ਇਹ ਵੀ ਨਹੀਂ ਕਹਿੰਦਾ ਵੀ ਸਾਨੂੰ ਇਹ ਸ਼ਬਦ ਬੋਲਣੇ ਨਹੀਂ ਚਾਹੀਦੇ, ਪਰ ਕਿੰਨਾ ਚੰਗਾ ਹੋਵੇ ਜੇ ਉਹ ਸ਼ਬਦ ਇੱਦਾਂ ਆਏ ਗਏ ਦੇ ਸਾਹਮਣੇ, ਬੀਬੀ ਜੀ, ਪਾਪਾ ਜੀ ਆਏ ਗਏ ਦੇ ਸਾਹਮਣੇ, ਤੇ ਜੇ ਅੱਗੋਂ ਪਿੱਛੋਂ ਵੀ ਉੱਦਾਂ ਹੀ ਬੋਲਦੇ ਹੋਈਏ ਤਾਂ ਫਿਰ ਤਾਂ ਸੋਨੇ 'ਤੇ ਸੁਹਾਗਾ ਹੈ। ਤੇ ਜੇ ਅੱਗੋਂ ਪਿੱਛੋਂ ਮਾਂ ਨੂੰ ਅਪ ਸ਼ਬਦ ਬੋਲਣੇ ਨੇ ਤੇ ਆਏ ਗਏ ਦੇ ਸਾਹਮਣੇ, ਬੀਬੀ ਜੀ ਤੁਸੀਂ ਰੋਟੀ ਖਾ ਲਓ ਪਹਿਲਾਂ, ਤੇ ਬੀਬੀ ਜੀ ਵੀ ਸੋਚਦੇ ਵੀ ਅੱਗੋਂ ਪਿੱਛੋਂ ਮੈਂ ਕਿੱਥੇ ਹੁੰਦੀ ਹਾਂ, ਬੱਚੇ ਵੀ ਸੋਚਦੇ ਵੀ ਅੱਗੋਂ ਪਿੱਛੋਂ ਮੈਂ ਕਿੱਥੇ ਹੁੰਦੀ ਹਾਂ। ਅੱਜ ਆਏ ਗਏ ਦੇ ਸਾਹਮਣੇ ਬੀਬੀ ਜੀ, ਪਾਪਾ ਜੀ ਕਿਹਾ ਜਾ ਰਿਹਾ। ਮੈਂ ਇਹ ਨਹੀਂ ਕਹਿੰਦਾ ਇਹ ਸ਼ਬਦ ਸਤਿਕਾਰਯੋਗ ਸਾਨੂੰ ਨਹੀਂ ਬੋਲਣੇ ਚਾਹੀਦੇ, ਪਰ ਗੱਲ ਇਹ ਵੇਖਿਆ ਜਾਣਾ ਵੀ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕੋਈ ਬੰਦਾ ਜੇ ਤੂੰ ਕਹਿ ਕੇ ਬੁਲਾਉਂਦਾ ਹੈ ਤਾਂ ਉਹਦੀ ਭਾਵਨਾ ਗਲਤ ਹੋਏਗੀ। ਹੋ ਸਕਦਾ ਉਹਦੇ ਅੰਦਰ ਸਤਿਕਾਰ ਹੋਵੇ, ਤੁਹਾਡੇ ਕਹੇ ਹੋਏ ਸ਼ਬਦਾਂ ਨੂੰ ਜ਼ਿੰਦਗੀ 'ਚ ਕਮਾਉਂਦਾ ਹੋਵੇ। ਕਈ ਵਾਰੀ ਸੁਧਾਰਨ ਪਿੰਡਾਂ 'ਚ ਆਮ ਬੰਦੇ ਹੁਣ ਕਈ ਸਾਨੂੰ ਛੋਟੀ ਵੱਡੀ ਉਮਰ ਦੇ ਵੀ ਆਮ ਕਹਿ ਕੇ ਬੁਲਾਉਂਦੇ ਨੇ, ਪਰ ਸਮਝ ਆ ਜਾਂਦੀ ਹੈ ਵੀ ਇਸ ਬੰਦੇ ਦੇ ਅੰਦਰ ਕੋਈ ਜਜ਼ਬਾ ਹੈ, ਕੁਝ ਸਿੱਖਣਾ ਚਾਹੁੰਦਾ ਹੈ। ਤੁਸੀਂ ਲਫ਼ਜ਼ਾਂ ਦੇ ਵਿੱਚ ਨਹੀਂ ਪੈ ਸਕਦੇ। ਅੱਜ ਲਫ਼ਜ਼ਾਂ ਦਾ ਸਤਿਕਾਰ ਹੈ, ਅੰਦਰੂਨੀ ਸਤਿਕਾਰ ਗਵਾ ਚੁੱਕਾ ਹੈ। ਅੰਦਰੂਨੀ ਸਤਿਕਾਰ ਇੱਕ ਇਕੱਲਾ ਬੇਟਾ ਵਿਆਹਿਆ, ਉਹ ਵੀ ਮਾਂ ਬਾਪ ਨਾਲ ਰਹਿਣ ਨੂੰ ਤਿਆਰ ਨਹੀਂ, ਪਰ ਕਿਤੇ ਬੀਬੀ ਨੂੰ ਬੋਲਦਿਆਂ ਸੁਣੋ, ਪੁੱਤ ਨੂੰ ਤੇ ਨੂੰਹ ਨੂੰ ਬੋਲਦਿਆਂ ਸੁਣੋ, ਬੀਬੀ ਜੀ, ਪਾਪਾ ਜੀ, ਮੰਮੀ ਜੀ, ਡੈਡੀ ਜੀ। ਮਾफ़ ਕਰਨਾ, ਮਾफ़ੀ ਮੰਗ ਲਾ, ਖੇਖਣ ਨਹੀਂ ਕਰ ਰਿਹਾ ਸੀ। ਇਹ ਖੇਖਣ ਨਹੀਂ ਵੀ ਜੋ ਅੰਦਰ ਹੈ ਨਹੀਂ ਉਹ ਇਹਦਾ ਮੂੰਹ ਥਾਣੀ ਬੋਲ ਕੇ ਦੱਸ ਰਹੇ। ਇਹਨੂੰ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜੇ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਐਸਾ ਕਰ ਰਹੇ ਹਾਂ ਨਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਜੇ ਅੰਦਰੋਂ ਮੰਨਿਆ ਹੁੰਦਾ ਇਹਨੇ ਡੇਰੇ ਕੋ ਸਥਾਪਿਤ ਹੁੰਦੇ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੰਨੀਆਂ ਗੱਦੀਆਂ ਕੋ ਲੱਗਦੀਆਂ, ਜਾਨੀ ਕਿ ਅੰਦਰ ਉਹ ਸਤਿਕਾਰ ਨਹੀਂ ਸੀ। ਲਫ਼ਜ਼ਾਂ ਨਾਲ ਮੂੰਹ ਬੋਲ ਕੇ ਅਸੀਂ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ। ਤੋ ਆ ਚੇਤਾ ਰੱਖਿਓ, ਇੱਥੇ ਗੁਰਦੇਵ ਜਿਹੜੀ ਵਿਚਾਰ ਦੇ ਰਿਹਾ ਬਾ ਕਮਾਲ ਹੈ। ਕਹਿੰਦੇ ਨੇ ਪਰਮੇਸ਼ਰ ਬਹੁਤ ਮਿੱਠਾ ਹੈ, ਇਹਦਾ ਅਰਥ ਸੱਚ ਮਿੱਠਾ ਹੈ। ਪਤਾ ਕਿਹਨੂੰ ਮਿੱਠਾ ਲੱਗਦਾ ਹੈ? ਜਿਹੜਾ ਅੰਦਰ ਠੀਕ ਹੈ। ਹੁਣ ਆਪਾਂ ਆਮ ਕਹਿੰਦੇ ਸੱਚ। ਹੁਣ ਤੁਸੀਂ ਵੇਖੋ ਜਿਹਨੂੰ ਬੁਖਾਰ ਚੜ੍ਹਿਆ ਹੋਵੇ, ਉਸ ਬੰਦੇ ਨੂੰ ਤੁਸੀਂ ਖਾਣ ਲਈ ਕੋਈ ਚੀਜ਼ ਦਿਓ, ਉਹਦੀ ਤਬੀਅਤ ਠੀਕ ਨਹੀਂ ਹੈ, ਉਹਨੇ ਹਰ ਬਣੀ ਵਸਤੂ 'ਚ ਨੁਕਸ ਕੱਢ ਦੇਣਾ ਹੈ। ਅੱਜ ਸਬਜ਼ੀ ਕਿੱਦਾਂ ਦੀ ਬਣੀ ਹੈ, ਵਾਸਤਵ 'ਚ ਸਬਜ਼ੀ ਠੀਕ ਹੈ, ਉਹਨੂੰ ਬੁਖਾਰ ਹੈ, ਉਹਨੂੰ ਤਾਂ ਪਾਣੀ ਵੀ ਉਧਰ ਬਕਬਕਾ ਲੱਗਦਾ। ਤੁਸੀਂ ਬੁਖਾਰ ਚੜ੍ਹੇ ਬੰਦੇ ਨੂੰ, ਜਿਹਨੂੰ ਫੀਵਰ ਹੈ, ਉਹਨੂੰ ਕੋਈ ਚੀਜ਼ ਖਾਣ ਨੂੰ ਦਿਓ, ਉਹਦੇ ਜ਼ੁਬਾਨ ਦਾ ਸਵਾਦ ਅੱਜ ਵਿਗੜਿਆ ਪਿਆ। ਹੁਣ ਇਹਦਾ ਅਰਥ ਵੀ ਚੀਜ਼ ਮਾੜੀ ਹੈ, ਵਸਤੂ ਤਾਂ ਸਵਾਦ ਸੀ ਪਰ ਉਹਨੂੰ ਅੱਜ ਟੈਂਪਰੇਚਰ ਹੈ। ਇੱਦਾਂ ਬਾਣੀ ਤਾਂ ਸਵਾਦ ਹੈ, ਬਾਣੀ ਤਾਂ ਮਿੱਠੀ ਹੈ, ਬੰਦੇ ਨੂੰ ਵਿਸ਼ਿਆਂ ਵਿਕਾਰਾਂ ਦਾ ਫੀਵਰ ਹੋਇਆ ਪਿਆ, ਬੰਦੇ ਦਾ ਟੈਂਪਰੇਚਰ ਹਾਈ ਹੋਇਆ ਪਿਆ, ਸੱਚ ਦੀ ਵਿਚਾਰ ਤੋਂ ਕੋਹਾਂ ਦੂਰ ਹੈ। ਇੱਥੇ ਸ਼ਬਦ ਵਰਤਿਆ ਫਿੱਕਾ, ਮੂਰਖ ਆਖੀ ਹੈ। ਜਿਸ ਬੰਦੇ ਦੇ ਅੰਦਰ ਰਸ ਕੋਈ ਨਹੀਂ, ਗੁਣਾਂ ਤੋਂ ਸਖਣੀ ਜ਼ਿੰਦਗੀ ਵਾਲਾ ਬੰਦਾ ਮੂਰਖਾਂ ਦੀ ਕਤਾਰ 'ਚ ਗਿਣਿਆ ਜਾਂਦਾ ਹੈ। ਆ ਪਿੱਛੇ ਆਪਾਂ ਪੜ੍ਹੀ ਹੈ, ਮੂਰਖੇ ਨਾਲ ਲੁੱਝ ਗਏ। ਇਹ ਬੰਦਿਆਂ ਮੂਰਖਪਣਾ ਛੱਡਦੇ ਆਪਣੀ ਜ਼ਿੰਦਗੀ 'ਚ। ਪਾਣਾ ਲਹੇ ਸਜਾਏ। ਪਾਣਾ ਲਹੇ ਦਾ ਅਰਥ ਕੀ ਹੈ? ਜੁੱਤੀਆਂ, ਭਾਵ ਹਰ ਥਾਂ 'ਤੇ ਬੇਇੱਜ਼ਤ ਹੁੰਦਾ ਹੈ ਉਹ ਬੰਦਾ।
तो पातशाह इत्थे शब्द वरते ने, नानक फिक्के बोले हे नानक, जदों बंदे दी जिंदगी बेरसी है, जिंदगी विच गुण है नहीं, तो जदों गुण भी है नहीं तो बोलता भी फिक्का है, तो फिर की हुंदा है? नानक फिक्के बोले। जुबान तो फिक्का बोलिया पर अंदर भी गुण नहीं सी है, अंदर भी वो क्वालिटी है नहीं सी। मैं दो शब्द बार बार बोल रहा भी कई बारी बंदा बोलता कुरखत हुंदा पर उसकी भावना गलत नहीं हुंदी, वो प्रवान है। पर एक बंदा जिहदी भावना भी गलत है तो शब्द भी कुरखत बोलता है, यानी कि अंदर कोई गुण नहीं, भाषा भी गलत है, कुरखत बोलता है, वो अपने आप को बहादुर समझदा है। पातशाह जी बण कहते नानक फिक्के बोले हैं, फिक्के बोले हैं की हुंदा है? तन मन फिक्का होए। उहदा तन सब तो पहला तो मन, जदों मन फिक्का होएगा, मन विच क्वालिटी है नहीं, तन भी फिक्का होएगा, भाव उहदे तन ते भी असर पवेगा, मन ते, क्योंकि उहदी दुनिया सामने पहचान इदां दी बन जाती है ना भी बंदा इदां दा ही है भाई, है किसी दे काम आउण वाला नहीं, बेरसी जिंदगी इस बंदे दी, गुण क्वालिटी तो इस बंदे की जिंदगी च है ही कोई नहीं है। तो पातशाह अगे कहते ने फिक्के बोले हे नानक, नानक फिक्के बोले हैं, तन मन फिक्का होए, उहदा तन भी उहदा मन भी, यानी कि जो मन विच है वह तन विच होना है, जे मन विच कोई विचार है नहीं तो तन विच कित्थों होनी सी। यानी कि दोवें चीज़ां ਉਹਦੀਆਂ समाज में इदां ਦੀਆਂ बन जांदियां, तन भी फिक्का तो मन भी फिक्का। भाव सारे लोग कहते हैं भाई ਇਹਦੀ जिंदगी बेरसी है, ਇਹਦੇ 'ਚ कोई गुण नहीं, ना ਇਹਦੇ अंदर गुण है ना ਇਹਦੀ जुबान ते गुण है, ना ਇਹਦੇ चलो जे अंदर नहीं सी हैगा जुबान ही मिठी हुंदी है तो खतरनाक सी बंदा, पर फिर भी कुछ ना कुछ तो ठीक लगता सी ना। पर इत्थे तो काम उल्टा हो गया, अंदरों भी कुरखता तो बाहरों भी कुरखता, अंदर भी कुछ नहीं हैगा। तो इत्थे पातशाह कहते ने फिक्को फिक्का सद्धी है, ਉਹਦੀ फिर पहचान पता की बनती है? फिक्को फिक्का सद्धी है, ਉਹਦੀ दुनिया सामने दूरों पहचान बन जाती है। फिक्के फिक्की सोए, सोए का अर्थ की है? ਉਹਦੀ शोभा लोक राय, लोक राय ਉਹਦੇ प्रति ਇਹੋ जी बन जाती है भी भाई ये फिक्का ही बंदा, ये अंदरों बाहरों इदां दा ही है भाई, ये जिदा कुरख्त बोलता अंदर भी इदां ही है, इन्हें तो बना के नहीं किसी ने रखी, भरावां नाल ਇਹਦੀ नहीं बनी, दोस्तां मित्रां नाल ਇਹਦੀ नहीं बनी, बनाउंदा है उन्ना क चिर जिन्ना क चिर, ताइयों ये थोड़ी देर बाद अपने दोस्त बदल। तुसीं वेखो समाज में आम हुंदा भी ਇਹਦੀ रिश्तेदार ना बनती नहीं, क्योंकि अंदर भी भावना सही नहीं हैगी तो बाहर की जुबान की भी भावना सही नहीं हैगी। तो साध संगत एक बेनती करा, गुरु साहब का बहुत प्यारा वाक है गुरु नानक साहब का, जिन्नी ना पायो प्रेम रस, जिन्हां अंदर प्रेम रस है नहीं, कंत ना पायो साओ, सुनिए घर का पाउणा ज्यों आया त्यों जाओ। हुण तुसीं वेखो महाराज कहते जिन्नी ना पायो प्रेम रस, जिन्हां ने प्रेम रस प्राप्त नहीं किया, यानी कि जिन्हां च प्रेम है नहीं, प्यार है नहीं, रब्बी गुण है नहीं। कंत ना पायो साओ, जिन्हां ने कंत का स्वाद, कंत मीनिंग सच, सच का स्वाद नहीं कदी माणिया। सुनिए घर का पाउणा ज्यों आया त्यों जाओ। हुण मेहमान आया किसी के घर, घर नूं अंदर लॉक लगा होया सी, गेट खोल के अंदर लंघ गया, पर बाकी सारा घर बंद सी, दरवाजे मेन डोर बंद सी, जाके बह गया, बाहर मंजा डिठा सी, कुर्सी डिठी सी, बैठ गया। हुण 10 मिनट डिक्या, आधा घंटा डिक्या। अजकल तो वैसे किसी के घर भी आना बंदा पहला कॉल करता है, पुछदा तुसीं कर जे, पर महाराज ने उदाहरण किड्डी प्यारी दी। मान लो इदां मेहमान आ जाए बिना दसिया तो घर च कोई ना होवे, आधा घंटा डिक्या, 2 घंटे डिक्या। हुण ऐसा नहीं भी उन्होंने घर है कोई नहीं सी खाण नूं, हैगा सी, फ्रिजां दुੱਧ फ्रूट नाल भरियां पईयां ने, हर समान घर विच खाण पीण लई हैगा है, पर उहनूं तो कोई फायदा नहीं ना आए मेहमान नूं, क्योंकि उन्होंने कोई खवाउण पिआउण वाला है नहीं, वो तो ज्यों आया त्यों जाओ, जिद्दां आया उदां चला गया। सुनिए घर का पाउणा। इदां ही महाराज कहते जिन्हां अंदर प्रेम रस नहीं हैगा, रब्बी गुण नहीं है, ऐसा नहीं भी उन्हां अंदर ये बाकी चीज़ां हुंदियां नहीं, हुंदियां ने सारे गुण, हर एक विच रब ने गुण पाए हुए, रब्बी गुण हर एक विच हैगे आ, सत संतोख दया धर्म धीरज। पर गल ये है वरतने नहीं आए। सुनिए घर का पाउणा ज्यों आया त्यों जाओ। जिवें सुनिए घर के प्राहुणे नूं किसी ने रिसीव नहीं किया, किसी ने जल पानी नहीं पुछया, इदां ही उस बंदे की हालत हुई जिस बंदे अंदर रब्बी गुण नहीं सी हैगे, ज्यों आया त्यों जाओ। तो इस करके साध संगत बहुत प्यारे उपदेश सानू बख्शिश कीते ने। महाराज कहते हैं फिक्को फिक्का सद्धी है, ਉਹਦੀ पहचान ही ये बन जाती है भाई अंदरों भी बेरसा है, ये अंदर कोई रब्बी गुण नहीं है, तो बाहरों भी इदां दा ही है। इस करके फिक्के फिक्की सोए, ਇਹਦੀ दुनिया के सामने ਇਹੋ जी पहचान बन गई। लोक राय लोगों की इदां सी भी भाई ये फिक्का बंदा, भाव बेरसी जिंदगी है, गुण कोई नहीं दे हैगा। फिक्का दरगाह सट्टी है, दरगाह आप पिछे पढ़ आए हैं, जदों
ਸੁਰਤ ਸ਼ਬਦ ਨਾਲ ਸੁਮੇਲ ਹੁੰਦੀ ਹੈ। ਭਾਵ ਜਦੋਂ ਮਨੁੱਖ ਚੰਗੇ ਕੰਮ ਕਰਦਾ ਹੈ, ਸੱਚ ਵਾਲੇ ਕੰਮ ਕਰਦਾ, ਜਦੋਂ ਮਨੁੱਖ ਦਾ ਮਨ ਸੱਚ ਨਾਲ ਜੁੜਦਾ, ਉਹਨੂੰ ਬਾਣੀ 'ਚ ਦਰਗਾਹ ਆਖਿਆ। ਫਿਰ ਉਸ ਅਵਸਥਾ ਦੇ ਵਿੱਚ ਵੀ ਇਹ ਪ੍ਰਵਾਨ ਨਹੀਂ ਚੜ੍ਹਦਾ। ਕਿਉਂਕਿ ਜਦੋਂ ਪੱਲੇ ਕੱਖ ਨਹੀਂ ਸੀ ਹੈਗਾ, ਫਿੱਕਾ ਦਰਗਾਹ ਸੱਟੀ ਹੈ, ਮੂੰਹ ਥੁੱਕਾਂ ਫਿੱਕੇ ਪਾਏ, ਉਹਦੇ ਮੂੰਹ 'ਤੇ ਫਿਰ ਥੁੱਕਾਂ ਪੈਂਦੀਆਂ, ਭਾਵ ਬੇਇੱਜ਼ਤ ਹੁੰਦਾ। ਹੁਣ ਥੁੱਕਾਂ ਸ਼ਬਦ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹਾਂ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤੇ। ਹੁਣ ਖਾਣੇ 'ਤੇ ਥੁੱਕਾਂ ਪਹਿਲਾਂ ਨਹੀਂ ਪਈਆਂ, ਪਰ ਜਦੋਂ ਖਾਣਾ ਜਿਸਮ 'ਚੋਂ ਬਾਹਰ ਆਇਆ, ਅੱਜ ਉਹਦੇ 'ਤੇ ਥੁੱਕਾਂ ਪਈਆਂ, ਕਿਉਂਕਿ ਉਹਦੇ ਵਿੱਚੋਂ ਉਹਦੀ ਸੁਗੰਧੀ, ਉਹਦੀ ਸ਼ਕਲ, ਉਹਦਾ ਰਸ ਗੁਣ ਗਵਾਚ ਗਏ। ਇੱਦਾਂ ਜਦੋਂ ਬੰਦੇ ਦੀ ਜ਼ਿੰਦਗੀ 'ਚੋਂ ਗੁਣਾਂ ਦੀ ਸੁਗੰਧੀ, ਰਸ ਗੁਣ ਗਵਾਚ ਜਾਂਦੇ ਨੇ, ਫਿਰ ਸੰਸਾਰ 'ਤੇ ਬੇਇੱਜ਼ਤ ਹੁੰਦਾ ਹੈ। ਤਾਂ ਪਾਤਸ਼ਾਹ ਨੇ ਆਖਿਆ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣੀ ਜ਼ਿੰਦਗੀ ਨੂੰ ਖੁਦ ਸਵਾਰਨ ਦੀ ਕੋਸ਼ਿਸ਼ ਕਰ, ਆਪਣੀ ਜ਼ਿੰਦਗੀ ਨੂੰ ਆਪ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰ। ਸਾਰੰਸ ਇਸ ਸਲੋਕ ਦਾ ਇਹ ਨਿਕਲਦਾ ਹੈ ਕਿ ਤੂੰ ਆਪਣਾ ਕੰਮ ਖੁਦ ਆਪ ਕਰਨ ਦੀ ਕੋਸ਼ਿਸ਼ ਕਰ ਅਤੇ ਆਪਣੀ ਜ਼ਿੰਦਗੀ 'ਚੋਂ ਇਹ ਫਿੱਕਾਪਨ ਦੂਰ ਕਰ। ਹੁਣ ਫਿਰ ਚੇਤਾ ਰੱਖਿਓ, ਕੋਈ ਬੰਦਾ ਕੁਰਖਤ ਬੋਲਦਾ, ਆਪਾਂ ਕਹਿੰਦੇ ਫਿੱਕਾ ਬੜਾ ਬੋਲਦਾ ਹੈ। ਕੋਈ ਮਿੱਠਾ ਬੋਲਦਾ, ਆਪਾਂ ਕਹਿੰਦੇ ਬੜਾ ਮਿਠਾਸ ਹੈ। ਹੁਣ ਦੋਵੇਂ ਚੀਜ਼ਾਂ ਨੂੰ ਸਮਝ ਲਓ। ਇੱਕ ਬੰਦਾ ਬੋਲਦਾ ਕੁਰਖਤ ਹੈ, ਪਰ ਉਸ ਬੰਦੇ ਦੀ ਭਾਵਨਾ ਸਹੀ ਹੈ। ਜਿਵੇਂ ਟੀਚਰ ਬੋਲਦਾ ਕੁਰਖਤ ਹੈ, ਪਰ ਉਹਦੀ ਭਾਵਨਾ ਸਹੀ ਹੈ ਵੀ ਪੜ੍ਹ ਜਾਏਗਾ, ਕਿਤੇ ਅਫਸਰ ਲੱਗ ਜਾਏਗਾ, ਕੋਈ ਬਿਜ਼ਨਸ ਕਰ ਲਵੇਂਗਾ, ਕੋਈ 4 ਅੱਖਰ ਤੈਨੂੰ ਆਉਂਦੇ ਹੋਣਗੇ। ਪਰ ਕਈ ਵਾਰੀ ਸਟੂਡੈਂਟ ਨੂੰ ਲੱਗਦਾ ਇਹ ਬੜਾ ਕੁਰਖਤ ਬੋਲਦਾ, ਪਰ ਦੂਜਿਆਂ ਦਾ ਨਹੀਂ, ਉਹਦੀ ਭਾਵਨਾ ਗਲਤ ਨਹੀਂ ਸੀ। ਬਾਪ ਕਈ ਵਾਰੀ ਕੁਰਖਤ ਬੋਲਦਾ ਹੈ, ਲਾਗੇ ਬੈਠੀ ਭੈਣ, ਲਾਗੇ ਬੈਠੀ ਮਾਂ, ਉਹ ਕਹਿੰਦੀ ਵੇਖ ਬੋਲਿਆ ਉਹਨੇ ਸਖਤ ਹੈ, ਪਰ ਉਹਦੀ ਭਾਵਨਾ ਗਲਤ ਨਹੀਂ, ਉਹ ਤੈਨੂੰ ਸੁਧਾਰਨਾ ਚਾਹੁੰਦਾ ਹੈ। ਮਾਂ ਨੇ ਖਿੱਚ ਕੇ ਕੰਨ 'ਤੇ ਵੀ ਲਾਤੀ, ਝਿੜਕ ਵੀ ਮਾਰੀ, ਅਤੇ ਬੱਚਾ ਭੱਜ ਕੇ ਕਈ ਵਾਰੀ ਦਾਦੇ ਦਾਦੀ ਕੋਲ ਜਾਂਦਾ, ਮੈਨੂੰ ਮਾਂ ਨੇ ਮਾਰਿਆ। ਅਤੇ ਸਿਆਣੀ ਮਾਂ ਕਹਿੰਦੀ ਨਹੀਂ, ਉਹਨੂੰ ਟੋਕਿਆ, ਤੈਨੂੰ ਝਿੜਕਿਆ, ਤੇਰੇ ਫਾਇਦੇ ਲਈ ਝਿੜਕਿਆ, ਤੈਨੂੰ ਸਵਾਰਨਾ ਚਾਹੁੰਦੀ ਹੈ ਤੇਰੀ ਮਾਂ। ਉਹਦੀ ਝਿੜਕ ਪਿੱਛੇ ਉਹਦੀ ਭਾਵਨਾ ਵੇਖ, ਉਹ ਦੁਸ਼ਮਣ ਨਹੀਂ ਹੈ ਤੇਰੀ, ਉੱਥੇ ਝਿੜਕਣਾ। ਪਰ ਹੁਣ ਦੂਜੇ ਬੰਨੇ ਲਾ ਲਓ, ਇੱਕ ਪਰਿਵਾਰ ਦਾ ਜੀ ਮਿੱਠਾ ਬੋਲਦਾ, ਪਰ ਭਾਵਨਾ ਗਲਤ ਹੈ ਉਹਦੀ, ਉਹ ਵਿਗਾੜਨਾ ਚਾਹੁੰਦਾ ਹੈ। ਕਈ ਵਾਰੀ ਐਸਾ ਹੁੰਦਾ ਮਿੱਠਾ ਦੇ ਕੇ ਵੀ ਮਾਰਿਆ ਜਾਂਦਾ ਹੈ, ਜਿਹਨੂੰ ਆਪਾਂ ਚਾਣਕਿਆ ਨੀਤੀ ਕਹਿੰਦੇ ਹਾਂ। ਮਿੱਠਾ ਦੇ ਕੇ ਵੀ ਕਈ ਵਾਰੀ ਜੜ੍ਹੋਂ ਪੁੱਟਿਆ ਜਾਂਦਾ ਹੈ, ਕਈ ਵਾਰੀ ਮਿਠਾਸ ਨਾਲ ਵੀ ਮਾਰਿਆ ਜਾਂਦਾ ਹੈ। ਉੱਤੋਂ ਇੱਦਾਂ ਮਿੱਠੀ ਮਿੱਠੀ ਭਾਸ਼ਾ ਨਾਲ। ਤੁਸੀਂ ਵੇਖੋ ਕਈਆਂ ਘਰਾਂ 'ਚ ਐਸਾ ਕੁਝ ਹੋਇਆ, ਕਈਆਂ ਨੇ ਐਸੇ ਪਾਤਰ ਵੀ ਹੈਗੇ ਪਰਿਵਾਰਾਂ ਵਿੱਚ ਜਿਹੜੇ ਮਿਠਾਸ ਨਾਲ ਸਭ ਕੁਝ ਹੀ ਲੈ ਗਏ, ਸਹੁਰਿਆਂ ਦੀਆਂ ਜ਼ਮੀਨਾਂ ਹੜੱਪ ਕਰ ਗਏ, ਬਿਜ਼ਨਸ ਖਾ ਗਈਆਂ। ਕਈ ਪਰਿਵਾਰਾਂ 'ਚ ਐਸਾ ਵੀ ਵਾਪਰਿਆ ਵੀ ਇੱਦਾਂ ਉੱਤੋਂ ਮਿੱਠਾ ਮਿੱਠਾ, ਅਗਲਾ ਜੱਜਮੈਂਟ ਨਹੀਂ ਕਰ ਪਾਉਂਦਾ, ਕਹਿੰਦਾ ਹੱਦ ਹੋ ਗਈ, ਤੁਸੀਂ ਕਹਿੰਦੇ ਉਹ ਲੜ ਪੈਂਦਾ ਹੈ ਜਾਂ ਉਹ ਕੁਰਖਤ ਹੈ, ਉਹਦੀ ਤਾਂ ਭਾਸ਼ਾ ਲੱਗਦੀ ਨਹੀਂ। ਪਰ ਕੌਣ ਸਮਝਾਵੇ ਕਿ ਗੁੜਵਾਤ ਹੈ, ਅੰਦਰ ਕੈਂਚੀ ਹੈ। ਕੰਨ ਮਸੱਲਾ ਫਰੀਦਾ, ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ, ਬਾਹਰੋਂ ਤੇ ਚਾਨਣ ਹੈ, ਬਾਹਰੋਂ ਤੇ ਮੰਮੀ ਜੀ ਡੈਡੀ ਜੀ ਕਹਿਣਾ, ਪਰ ਅੰਦਰ ਨਹੀਂ ਕਿਸੇ ਦਾ ਭੇਜ ਦੇਣਾ। ਉਹ ਜਦੋਂ ਘਰੋਂ ਰਿਸ਼ਤੇਦਾਰ ਮਾੜੇ ਜੇ ਪਰਾਂ ਗਏ, ਤੁਸੀਂ ਵੇਖੋ ਕਈ ਨੂੰਹਾਂ ਇੱਦਾਂ ਦੀਆਂ ਹੁੰਦੀਆਂ, ਆਏ ਗਏ ਦੇ ਸਾਹਮਣੇ ਮੰਮੀ ਜੀ, ਉਹਨਾਂ ਸ਼ਿਕਾਇਤ ਲਾਈ ਵੀ ਇਹ ਕੰਮ ਨਹੀਂ ਕਰਦੀ। ਰਿਸ਼ਤੇਦਾਰਾਂ ਨੂੰ ਕਹਿ ਕੇ ਆਏ ਸੀ, ਆਣ ਕੇ ਵੇਖੋ ਕੰਮ ਨਹੀਂ ਕਰਦੀ। ਜਦੋਂ ਰਿਸ਼ਤੇਦਾਰ ਜਿੰਨੇ ਘੰਟੇ ਰਹੇ, ਉਹ ਕਿਚਨ 'ਚੋਂ ਬਾਹਰ ਨਹੀਂ ਨਿਕਲੀ, ਉਹਨੇ ਇੱਦਾਂ ਕੰਮ ਕੀਤਾ, ਉਹਦੇ ਹੱਦ ਹੋ ਗਈ, ਤੁਸੀਂ ਕਹਿੰਦੇ ਕੰਮ ਨਹੀਂ ਕਰਦੀ। ਉਹ ਤਾਂ ਤੁਹਾਡੇ ਸਾਹਮਣੇ ਵੇਖ ਕੇ ਇੱਦਾਂ ਪਹਿਲਾਂ ਖਾਣਾ ਬਣਾ ਕੇ ਲੈ ਕੇ ਆਈ, ਚਾਹ ਬਣਾ ਕੇ ਲੈ, ਅਜੇ ਰਿਸ਼ਤੇਦਾਰ ਘਰੋਂ ਬਾਹਰ ਨਿਕਲੇ, ਉਹਨੇ ਕਿਹਾ ਆ ਜਾਓ, ਆ ਗਈ ਫੇਰ ਅਸਲੀ ਰੂਪ 'ਚ, ਆ ਗਈ ਅਸਲੀ ਰੂਪ 'ਚ। ਹੁਣ ਉਹਦੀ ਮਿੱਠੀ ਭਾਸ਼ਾ ਸੀ, ਪਰ ਅੰਦਰੋਂ ਭੇਤ ਨਹੀਂ ਸੀ। ਮਾਫ਼ ਕਰਨਾ, ਸਾਰੀਆਂ ਧੀਆਂ ਇੱਦਾਂ ਦੀਆਂ ਨਹੀਂ, ਅਤੇ ਸਾਰੀਆਂ ਸੱਸਾਂ ਵੀ ਇੱਦਾਂ ਦੀਆਂ ਨਹੀਂ ਹੈਗੀਆਂ। ਪ੍ਰਕਾਸ਼ ਹਰ ਇੱਕ ਨੂੰ ਆਪਣੇ ਬਾਰੇ ਪਤਾ ਹੈ। ਜ਼ੁਬਾਨ ਵੀ ਮਿੱਠੀ ਹੋਵੇ ਅਤੇ ਭਾਵਨਾ ਵੀ ਸਹੀ ਹੋਵੇ, ਫਿਰ ਤਾਂ ਭਾਈ ਘਰ ਸਵਰਗ ਬਣ ਜੂ। ਅਤੇ ਜੇ ਸਿਰਫ ਜ਼ੁਬਾਨ 'ਚ ਹੀ ਮਿਠਾਸ ਹੈ, ਅੰਦਰ ਭਾਵਨਾ ਗਲਤ ਹੈ, ਸਤਿਕਾਰ ਅੰਦਰੋਂ ਕੋਈ ਨਹੀਂ ਹੈਗਾ, ਅੰਦਰੋਂ ਪਿਆਰ, ਬਾਹਰੀ ਤੌਰ 'ਤੇ ਜਿਹਨੂੰ ਆਪਾਂ ਕਹਿੰਦੇ ਮਨ, ਬਚਨ ਅਤੇ ਕਰਮ, 3 ਚੀਜ਼ਾਂ ਨੇ। ਭਗਤ ਰਵਿਦਾਸ ਜੀ ਕਹਿੰਦੇ ਮਨ, ਬਚਨ ਅਤੇ ਕਰਮ। ਹੁਣ ਮਨ ਵਿੱਚ ਜੋ ਹੋਵੇ, ਜ਼ੁਬਾਨ ਉਹ ਬੋਲ ਦੇਵੇ ਅਤੇ ਉਹ ਕਰਮਾਂ 'ਚ ਆ ਜਾਏ, ਅਤੇ ਸੰਸਾਰ ਕਿੰਨਾ ਸੋਹਣਾ ਬਣ ਜਾਏ। ਜੇ ਅੰਦਰ ਮਨ ਵਿੱਚ ਚੰਗੀਆਂ ਵਿਚਾਰਾਂ, ਜ਼ੁਬਾਨ ਨੇ ਉਹ ਬੋਲੀਆਂ, ਉਹ ਵਿਚਾਰਾਂ ਆਪਣੇ ਜੀਵਨ 'ਚ ਲੈ ਜਾਂਦੀਆਂ। ਅਤੇ ਹੁਣ ਕਈ ਵਾਰੀ ਹੁੰਦਾ ਕੀ ਹੈ, ਮਨ ਵਿੱਚ ਹੁੰਦਾ ਕੁਝ ਹੋਰ ਹੈ, ਜ਼ੁਬਾਨ ਕੁਝ ਹੋਰ ਬੋਲੀ ਜਾਂਦੀ ਹੈ, ਅਤੇ ਕੰਮ ਕੁਝ ਹੋਰ ਕਰ ਰਿਹਾ ਬੰਦਾ, ਤਾਂ ਫਰਕ ਪੈ ਜਾਂਦਾ। ਕਿੰਨਾ ਸੋਹਣਾ ਹੋਵੇ ਜੇ ਕਿਤੇ। ਹੁਣ ਕਈ ਵਾਰੀ ਐਸਾ ਵੀ ਹੁੰਦਾ, ਕੋਈ ਸ਼ਿਕਾਇਤ ਕਰਦਾ ਜੀ ਤੁਹਾਡੀ ਬੇਟੀ ਬਹੁਤ ਕੁਰਖਤ ਹੈ, ਉਹ ਕਹਿੰਦੇ ਵੇਖੋ ਕੁਰਖਤ ਹੈ, ਪਰ ਭਾਵਨਾ ਵੇਖੋ ਉਹਦੀ, ਉਹ ਘਰ ਨੂੰ ਵਿਗਾੜਨਾ ਨਹੀਂ ਚਾਹੁੰਦੀ। ਕਿੰਨੇ ਸਾਲ ਹੋ ਗਏ ਤੁਹਾਡੇ ਘਰ ਵਿਆਹੀ ਆਈ ਨੂੰ, ਤੁਹਾਨੂੰ ਉਹਨੇ ਅੱਡ ਨਹੀਂ ਹੋਣ ਦਿੱਤਾ, ਉਹਨੇ ਅੱਜ ਤੱਕ ਕਦੀ ਤੁਹਾਡੀ ਪੇਕੇ ਗੱਲ ਨਹੀਂ ਕੀਤੀ। ਅਤੇ ਸੱਸ ਵੀ ਕਹਿੰਦੀ ਹੈ ਇਹ ਗੱਲ ਪੱਕੀ ਹੈ, ਸਾਨੂੰ ਮੂੰਹ 'ਤੇ ਟੋਕ ਦੇਵੇਗੀ, ਪਰ ਉਹਨੇ ਕੋਈ ਨੈਗੇਟਿਵ ਗੱਲ ਸਾਡੇ ਪਰਿਵਾਰ 'ਚ ਆਣ ਕੇ ਨਹੀਂ ਕੀਤੀ। ਤਾਂ ਇਹ ਦੋਵੇਂ ਪਾਤਰ ਸਮਝਣੇ ਪੈਣੇ ਨੇ। ਹੁਣ ਦੱਸੋ, ਇੰਨੀਆਂ ਕਮਾਲ ਦੀਆਂ ਵਿਚਾਰਾਂ ਗੁਰੂ ਗ੍ਰੰਥ ਸਾਹਿਬ 'ਚ ਹੋਣ,
ਤੇ ਕਿਸੇ ਜੋਤਸ਼ੀ ਪਾਂਦੇ ਸਿਆਣੇ ਬਾਬੇ ਕੋਲ ਸਾਨੂੰ ਜਾਣ ਦੀ ਲੋੜ ਹੈ ਗੁਰੂ ਕੇ ਪਿਆਰਿਓ? ਇਮਾਨਦਾਰੀ ਨਾਲ ਜਵਾਬ ਦਿਓ। ਹੁਣ 474 ਨੰਬਰ ਅੰਕ ਤੇ ਇਹ ਸ਼ਲੋਕ ਆ। ਹੁਣ ਆਹ ਜਿਹੜੇ ਵਿਚਾਰ ਤੁਸੀਂ ਸੁਣ ਰਹੇ ਹੋ, ਜੋਤਸ਼ੀ ਪਾਂਦੇ ਸਿਆਣੇ ਬਾਬੇ ਕੋਲ ਜਾਓਗੇ, ਉਹਨੇ ਕਹਿਣਾ ਪਹਿਲਾਂ ਮੱਥਾ ਟੇਕ ਇੱਥੇ, ਫੇਰ ਮੈਂ ਵਿਚਾਰ ਦੱਸੂੰ। ਉਹਨੇ ਕਹਿਣਾ 10 ਰੁਪਏ ਪਹਿਲਾਂ ਪਾ ਇੱਥੇ ਗੋਲਕ ਵਿੱਚ, ਮੱਥਾ ਟੇਕ 200-250 ਕਿਲੋਮੀਟਰ ਸਫ਼ਰ ਤੈਅ ਕਰਕੇ ਆਏ, ਇੱਥੇ 10 ਰੁਪਏ ਪਾ, ਫੇਰ ਵਿਚਾਰ ਲੈ ਕੇ ਜਾਈ ਇੱਥੋਂ। ਤੇ ਬਾਪੂ ਜੀ ਆਂਦਾ ਉੱਦਾਂ ਲੈ ਜਾ। ਨਿਮਣ ਸੁੱਖ ਰਖਾਉਣ ਗੁਣ ਜੇ ਬਾਮਣੀਆਂ ਮਨ ਤੇ ਤ੍ਰੈ ਭੈਣੇ ਵੇਸ ਕਰਤਾ ਵਸ ਆਵਈ ਕੰਤ। ਫਿਰ ਕੋਈ 200-250 ਕਿਲੋਮੀਟਰ ਸਫ਼ਰ ਤੈਅ ਕਰਕੇ ਜਾਊਗਾ, ਜਾਂਦਿਆਂ ਨੂੰ ਬਾਬੇ ਦੇ ਚੇਲੇ ਕਹਿ ਸਕਦੇ ਬਾਬਾ ਜੀ ਥੱਕੇ ਆ। ਤੇ ਇੱਥੇ ਭਾਵੇਂ ਰਾਤ ਨੂੰ 2 ਵਜੇ ਉੱਠ ਕੇ ਰਮਾਲਾ ਚੱਕ ਕੇ ਆਪੇ ਆਪਣੇ ਬਾਪੂ ਨਾਲ ਗੱਲਾਂ ਕਰੀ, ਥਕਾਵਟ ਹੈ ਕੋਈ ਨਹੀਂ। ਹੈ ਜਵਾਬ ਕੋਈ? ਹੈ ਕੋਈ ਰੀਸ ਇਸ ਗੁਰੂ ਦੀ? ਤੇ ਫਿਰ ਵੀ ਅਸੀਂ ਕਹੀਏ ਇੰਨੀਆਂ ਕਮਾਲ ਦੀਆਂ ਵਿਚਾਰਾਂ ਹੋਣ, ਪਰ ਗੱਲ ਇਹ ਹੈ ਅਸੀਂ ਆਪ ਸਿੱਖਣਾ ਨਹੀਂ ਚਾਹੁੰਦੇ, ਆਪ ਤੁਰਨਾ ਨਹੀਂ ਚਾਹੁੰਦੇ। ਫਿਰ ਦੁਬਾਰਾ ਅਖੀਰ ਤੇ ਇਸ ਸ਼ਲੋਕ ਦਾ ਸਾਰਾਂ ਸਮਝ ਲਓ। ਜ਼ੁਬਾਨ ਤੋਂ ਬੰਦਾ ਵਧੀਆ ਬੋਲਦਾ ਹੋਵੇ ਤੇ ਅੰਦਰ ਭਾਵਨਾ ਸਹੀ ਹੋਵੇ, ਫਿਰ ਤੇ ਕੋਈ ਰੀਸ ਹੀ ਨਹੀਂ ਉਹਦੀ। ਸੋਨੇ ਤੇ ਸੁਹਾਗਾ ਪਰਿਵਾਰ ਦਾ ਕੋਈ ਜੀਵੀ ਹੋਵੇ, ਤੇ ਜੇ ਬੰਦੇ ਦੇ ਅੰਦਰ ਭਾਵਨਾ ਵੀ ਗਲਤ ਹੈ ਤੇ ਜ਼ੁਬਾਨ ਤੋਂ ਵੀ ਗਲਤ ਬੋਲਦਾ ਹੈ, ਫਿਰ ਤਾਂ ਭਾਈ ਫਿਰ ਤਾਂ ਲੱਕ ਨਾਲ ਬਰੂਦ ਬੰਨਣ ਵਾਲੀ ਗੱਲ ਹੈ। ਫਿਰ ਤਾਂ ਸਮਝ ਲਓ ਬੰਦਾ ਲੱਕ ਦੇ ਨਾਲ ਬਰੂਦ ਬੰਨ੍ਹ ਕੇ ਤੁਰਿਆ ਫਿਰਦਾ, ਫਿਰ ਤਾਂ ਸੱਚੀ ਗੱਲ ਹੈ। ਫਿਰ ਤੇ ਇਹ ਵੀ ਕਿਸੇ ਨੇ ਲਿਖਿਆ, ਇੱਕ ਵਿਦਵਾਨ ਦੀ ਮੈਂ ਕਿਤਾਬ ਪੜ੍ਹ ਰਹੀ ਸੀ, ਉਹ ਕਹਿੰਦਾ ਕਿਸੇ ਪਰਿਵਾਰ ਦੇ ਘਰ ਬਰੂਦ ਪਿਆ ਹੋਵੇ ਤੇ 50 ਸਾਲ ਪਿਆ ਹੋਵੇ, ਉਹ ਓਨਾ ਖਤਰਨਾਕ ਨਹੀਂ ਹੈ। ਪਿਆ ਉੱਥੇ ਹੋ ਸਕਦਾ ਉਹਨੂੰ ਕੁਝ ਵੀ ਨਾ ਹੋਵੇ, ਜਿੰਨਾ ਇੱਕ ਕਰੋਧੀ ਅੰਦਰੋਂ ਅਪਸੈਟ ਬੰਦਾ ਪਰਿਵਾਰ ਦੇ ਵਿੱਚ ਖਤਰਨਾਕ ਹੈ। ਪਤਾ ਨਹੀਂ ਉਹਨੇ ਦਿਹਾੜੀ 'ਚ ਕਿੰਨੀ ਵਾਰੀ ਘਰ ਦਾ ਨੁਕਸਾਨ ਕਰਨਾ। ਸੱਚ ਹੈ, ਇਹ ਨੁਕਸਾਨ ਕਰਦਾ ਹੈ, ਜ਼ਿੰਦਗੀਆਂ ਤਬਾਹ ਕਰ ਦਿੰਦਾ ਹੈ। ਆਓ ਇੱਕ ਸੁਰ ਵਿੱਚ ਆਪਣੀ ਜ਼ਿੰਦਗੀ ਲਿਆਉਣ ਦਾ ਯਤਨ ਕਰੀਏ। ਤੇ ਇੱਕ ਅਗਲਾ ਬਚਨ ਜਿਹੜਾ ਕੁਰਖਤ ਬੋਲਦਾ ਹੈ, ਜੇ ਉਹਦੀ ਭਾਵਨਾ ਸਹੀ ਹੈ ਤੇ ਯਾਦ ਰੱਖਣਾ ਉਸ ਨੂੰ ਵੀ ਪ੍ਰਵਾਨਗੀ ਹੈ ਸਮਾਜ ਦੇ ਵਿੱਚ। ਹੁੰਦੀ ਹੈ ਕਈ ਵਾਰੀ ਘਰ 'ਚ ਮਾਂ ਬਾਪ ਹੁੰਦੇ ਕੁਰਖਤ ਨੇ, ਬੋਲਦੇ ਸਖਤ ਲਫ਼ਜ਼ ਬੋਲ ਦਿੰਦੇ ਬੱਚਿਆਂ ਨੂੰ, ਪਰ ਲਾ ਕੇ ਬੈਠਾ ਕਹਿੰਦਾ ਵੇਖੋ ਉਹਦੀ ਭਾਵਨਾ। ਤਾਇਆ ਚਾਚਾ ਹੈ, ਉਹ ਬੋਲਦਾ ਕਈ ਵਾਰੀ ਸਖਤ ਹੈ, ਪਰ ਉਹਦੀ ਭਾਵਨਾ ਗਲਤ ਨਹੀਂ, ਉਹ ਬੱਚੇ ਨੂੰ ਸੁਧਾਰਨਾ ਚਾਹੁੰਦਾ ਹੈ। ਤੇ ਕਈ ਵਾਰੀ ਆਪਣਾ ਤਾਇਆ ਟੋਕਦਾ, ਚਾਚਾ ਟੋਕਦਾ ਕਿਸੇ ਗੱਲ ਤੋਂ, ਤੇ ਦੂਜੇ ਗੁੱਸਾ ਕਰਦੇ, ਹੈ ਤੁਸੀਂ ਸਾਡੇ ਬੱਚੇ ਨੂੰ ਇੰਝ ਕਿਉਂ ਆਖਿਆ? ਤੇ ਲਾਗੇ ਬਾਪੂ ਬੈਠਾ ਪਿਛੋਂ ਆਂਦਾ ਪੁੱਤਰ ਉਹਦੀ ਭਾਵਨਾ ਵੇਖੋ। ਨੇ ਅੱਜ ਕਿਸੇ ਗਲਤ ਢਾਣੀ 'ਚ ਬੈਠਿਆਂ ਵੇਖਿਆ ਨਾ ਬੱਚੇ ਨੂੰ, ਤਾਂ ਟੋਕਿਆ ਉਹਨੇ। ਜੇ ਉਹ ਤੁਹਾਡਾ ਨੁਕਸਾਨ ਚਾਹੁੰਦਾ ਤੇ ਉਹਨੇ ਸਗੋਂ ਪਿਆਰ ਕਰਨਾ ਸੀ ਵੀ ਹੋਰ ਜਾਇਆ ਕਰ ਉੱਥੇ। ਉਹਨੇ ਪਿਆਰ ਕਰਨਾ ਸੀ, ਪੁੱਤਰਾ ਤਗੜਾ ਹੋ ਕੇ ਹੋਰ ਜਾਇਆ ਕਰ, ਤਾਂ ਕਿ ਤੁਹਾਡਾ ਘਰ ਚੰਗੀ ਤਰ੍ਹਾਂ ਬਰਬਾਦ ਹੋ ਸਕੇ। ਉਹਨੇ ਟੋਕਿਆ ਇਸ ਕਰਕੇ ਦੁਬਾਰਾ ਉਹਨਾਂ 'ਚ ਨਾ ਪਈ। ਅਸੀਂ ਉਹਨਾਂ ਦੇ ਦਾਦਿਆਂ ਪੜਦਾਦਿਆਂ ਨੂੰ ਜਾਣਦੇ ਹਾਂ। ਹਰ ਬੰਦੇ ਦੇ ਪਿੱਛੇ, ਸਖਤ ਬੋਲਣ ਵਾਲੇ ਦੇ ਪਿੱਛੇ ਯਾਦ ਰੱਖਣਾ ਇਹ ਨਹੀਂ ਕਹਿ ਸਕਦੇ ਬੰਦਾ ਗਲਤ ਹੈ। ਹਾਂ, ਜੇ ਭਾਵਨਾ ਗਲਤ ਹੈ, ਬਹੁਤਿਆਂ ਦੀਆਂ ਭਾਵਨਾਵਾਂ ਗਲਤ ਹੁੰਦੀਆਂ, ਪਹੁੰਚਾਉਣਾ ਕਿੱਥੇ ਕੁਝ ਵੀ ਨਹੀਂ, ਬਸ ਸਖਤ ਬੋਲਣਾ, ਬਸ ਗਾਲੀ ਗਲੋਚ ਕਰਨਾ। ਉਹਨੂੰ ਕਈ ਵਾਰੀ ਉਹ ਬਹੁਤ ਸਮਾਜ ਦਾ ਵਿਕਾਸ ਸਮਝਦੇ ਆ। ਬਸ ਸੁਚੇਤ ਹੋਣ ਦੀ ਲੋੜ ਹੈ। ਗੁਰੂ ਅੱਗੇ ਅਰਦਾਸ ਕਰੀਏ, ਮਾਲਕ ਦੀ ਬਾਣੀ ਪੜ੍ਹਦਿਆਂ ਸਮਝਦਿਆਂ ਸਾਡੇ ਅੰਦਰ ਉਹ ਵਿਚਾਰਧਾਰਾ ਆਵੇ, ਅੰਦਰ ਉਹ ਫਿੱਕਾਪਨ ਅੰਦਰੋਂ ਨਿਕਲ ਸਕੇ ਤੇ ਜ਼ੁਬਾਨ 'ਤੇ ਉਹ ਮਿਠਾਸ ਆਵੇ। ਕਿਉਂਕਿ ਜਦੋਂ ਸਾਈਂ ਮਹਿੰਡਾ ਅਠੜਾ ਉਹ ਜਦੋਂ ਅੰਦਰ ਸਮਾਇਆ, ਉਹਦੇ ਨਾਲ ਸਾਂਝ ਪਵੇਗੀ, ਫਿਰ ਤੇ ਸਮਝ ਆ ਜਾਏਗੀ ਕਿ ਅਸੀਂ ਫਿੱਕਾ ਨਹੀਂ ਬੋਲਣਾ, ਅਸੀਂ ਆਪਣੀ ਜ਼ਿੰਦਗੀ 'ਚ ਵਧੀਆ ਵਿਚਾਰ ਲੈ ਕੇ ਆਉਣੀ। ਇਸੇ ਨੂੰ ਬਾਣੀ 'ਚ ਆਖਿਆ ਸੀ, ਬਾਬਾ ਬੋਲੀਆ ਪਤ ਹੋਏ ਉਤਮ ਸੇਦਾਰ ਉਤਮ ਕਹੀਆਂ ਨੀਚ ਕਰਮ ਪੈ ਰੋਏ। ਅੰਦਰ ਵਿਚਾਰਧਾਰਾ ਵਧੀਆ ਹੋਵੇ ਤੇ ਜ਼ੁਬਾਨ ਤੋਂ ਵੀ ਸ਼ਬਦ ਚੰਗੇ ਬੋਲੇ ਜਾਣ, ਤੇ ਫਿਰ ਤੇ ਕਿਆ ਬਾਤ ਹੈ ਜੀ, ਫਿਰ ਤੇ ਜੀਵਨ ਖੂਬਸੂਰਤ ਬਣ ਸਕਦਾ ਹੈ। ਆਓ ਇਹਦੇ ਨਾਲ ਜਿਹੜੀ ਪੌੜੀ ਆਈ ਹੈ ਉਹਨੂੰ ਨਾਲ ਚੇਤਾ ਰੱਖਿਓ, ਜਿਹੜੀ ਗੱਲ ਗੁਰੂ ਦੇਵ ਜੀ ਨੇ ਪੌੜੀ ਵਿੱਚ ਕਹੀ ਹੈ ਕਿ ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੈਂ ਧਾਰੀਐ, ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਕੱਚੀ ਪੱਕੀ ਚੇਤਾ ਰੱਖੀ, ਜੀਵ ਚੰਗੇ ਮਾੜੇ ਬੰਦੇ ਨੇ ਖੁਦ ਆਪ ਬਣਨਾ ਹੈ। ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਹਿ ਮਨੋ ਵਸਾਰੀਏ, ਆਪਣ ਹੱਥੀਂ ਆਪਣਾ ਆਪੇ ਹੀ ਕਾ ਸਵਾਰੀਏ। ਆਓ ਆਪਣੀ ਜ਼ਿੰਦਗੀ ਦੇ ਕਾਰਜ ਖੁਦ ਸਵਾਰੀਏ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ, ਤੇ ਜੋ ਸਾਡੇ ਅੰਦਰ ਵਿਚਾਰਾਂ ਚੰਗੀਆਂ ਆਉਣ, ਜੀਵਨ 'ਚ ਵੀ ਉਹ ਵਿਚਾਰਾਂ ਆ ਜਾਣ, ਤੇ ਜੀਵਨ ਵਧੀਆ ਬਣ ਜਾਏਗਾ। ਮਾਲਕ ਕਿਰਪਾ ਕਰਨ। ਬੜੇ ਪਿਆਰ ਨਾਲ ਆਪਾਂ ਇਹ ਬਾਣੀ ਦੀ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਸਾਧ ਸੰਗਤ 20 ਨੰਬਰ ਪੌੜੀ ਨਾਲ ਜੋ 2 ਸ਼ਲੋਕ ਆਏ ਨੇ ਉਹਨਾਂ ਵਿੱਚੋਂ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਅੱਜ ਸਾਂਝੀ ਕੀਤੀ ਹੈ। 474 ਨੰਬਰ ਅੰਕ ਤੇ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ। ਜਿਹੜੀ ਪੌੜੀ ਜਿਹਦੀ ਆਪਾਂ ਵਿਚਾਰ ਨਾਲ ਸਾਂਝੀ ਕਰਦੇ ਜਾਣਾ ਤਾਂ ਕਿ ਸਮਝਦੇ ਜਾਣਾ, ਪਾਤਸ਼ਾਹ ਦੀ ਸਾਨੂੰ ਇਸ ਵਿਚਾਰਧਾਰਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਿੱਚ ਸੁਖੈਨ ਹੋ ਸਕੇ। ਬਾਣੀ ਨੂੰ ਸਮਝੋ, ਪੜ੍ਹੋ, ਵਿਚਾਰੋ, ਸਹਿਜ ਪਾਠ ਕਰੋ ਤੇ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੋ ਜਿਹੜੇ ਗੁਣ ਸਾਨੂੰ ਸਤਿਗੁਰ ਦੀ ਬਾਣੀ ਦੱਸ ਰਹੀ ਹੈ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਬਹੁਤ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।